ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ 5ਵੀਂ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਦਾ 19ਵਾਂ ਪਾਠ ਉੱਡਣਾ ਸਿੱਖ ਮਿਲਖਾ ਸਿੰਘ। ਆਓ ਪੜ੍ਹਦੇ ਹਾਂ ਮਿਲਖਾ ਸਿੰਘ ਬਾਰੇ। ਮਿਲਖਾ ਸਿੰਘ ਸਾਡਾ ਉਹ ਦੌੜਾਕ ਹੈ ਜਿਸ ਨੇ ਭਾਰਤ ਦਾ ਨਾਂ ਸਾਰੇ ਸੰਸਾਰ ਵਿੱਚ ਉੱਚਾ ਕੀਤਾ ਹੈ। ਇੱਕ ਵਾਰੀ ਇੱਕ ਦੌੜ ਵਿੱਚ ਉਹ ਇੰਨਾ ਤੇਜ਼ ਦੌੜਿਆ ਕਿ ਉਸ ਦਾ ਨਾਂ ਉੱਡਣਾ ਸਿੱਖ ਹੀ ਪੈ ਗਿਆ। ਸੰਸਾਰ ਪ੍ਰਸਿੱਧ ਵਾਲਾ ਮਿਲਖਾ ਸਿੰਘ ਇੱਕ ਸਾਧਾਰਨ ਪਰਿਵਾਰ ਵਿੱਚ ਜੰਮਿਆ ਪਲਿਆ। ਉਸ ਦਾ ਜਨਮ ਅਜੋਕੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿੱਚ ਹੋਇਆ ਸੀ ਤੇ ਇੱਥੇ ਦੱਸਿਆ ਗਿਆ ਹੈ ਮਿਲਖਾ ਸਿੰਘ ਬਾਰੇ, ਜਿਹਨੂੰ ਫਲਾਈਂਗ ਸਿੱਖ ਵੀ ਕਹਿੰਦੇ ਆ। ਉਹ ਇੱਕ ਅਜਿਹੀ ਦੌੜ ਵਿੱਚ ਏਦਾਂ ਦੌੜੇ ਕਿ ਉਸ ਤੋਂ ਬਾਅਦ ਉਹਨਾਂ ਦਾ ਨਾਂ ਪੈ ਗਿਆ ਉੱਡਣਾ ਸਿੱਖ। ਤੇ ਉਹਨਾਂ ਦਾ ਜਨਮ ਹੋਇਆ ਪਾਕਿਸਤਾਨ ਦੇ ਇੱਕ ਪਿੰਡ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਵਿੱਚ ਤੇ ਉਹਨਾਂ ਨੇ ਆਪਣਾ ਨਾਮ ਨਾ ਕੇਵਲ ਭਾਰਤ ਵਿੱਚ ਪ੍ਰਸਿੱਧ ਕੀਤਾ ਬਲਕਿ ਪੂਰੀ ਦੁਨੀਆ ਦੇ ਵਿੱਚ ਵੀ ਪ੍ਰਸਿੱਧ ਕੀਤਾ। ਅੱਜ ਦੀ ਡੇਟ 'ਚ ਉਹਨਾਂ ਨੂੰ ਸਭ ਲੋਕ ਜਾਣਦੇ ਨੇ। ਅੱਗੇ ਲਿਖਿਆ ਹੈ 1947 ਵਿੱਚ ਦੇਸ਼ ਦੀ ਵੰਡ ਸਮੇਂ ਹੋਏ ਫਸਾਦਾਂ ਵਿੱਚ ਉਸਦੇ ਮਾਪੇ ਮਾਰੇ ਗਏ। ਮਿਲਖਾ ਸਿੰਘ ਸ਼ਰਨਾਰਥੀ ਕੈਂਪਾਂ ਵਿੱਚ ਰੁਲਦਾ ਦਿੱਲੀ ਪੁੱਜ ਗਿਆ। 1954 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। ਜਦੋਂ ਉਸਨੇ ਫੌਜ ਦੇ ਦੌੜ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਉਸਨੂੰ 400 ਮੀਟਰ ਦੇ ਫਾਸਲੇ ਦਾ ਵੀ ਅਨੁਮਾਨ ਨਹੀਂ ਸੀ। ਉਸਤਾਦ ਨੇ ਦੱਸਿਆ ਕਿ ਇਹ ਫਾਸਲਾ ਗਰਾਊਂਡ ਦੇ ਇੱਕ ਚੱਕਰ ਦੇ ਬਰਾਬਰ ਹੁੰਦਾ ਹੈ। ਮਿਲਖਾ ਸਿੰਘ ਨੇ ਕਿਹਾ, ਇੱਕ ਛੱਡ ਮੈਂ ਤਾਂ ਇਸ ਦੇ 10 ਚੱਕਰ ਲਾ ਸਕਦਾ ਹਾਂ। ਉਸਤਾਦ ਨੇ ਦੱਸਿਆ ਕਿ ਇੱਕੋ ਚੱਕਰ ਵਿੱਚ ਹੀ 10 ਚੱਕਰਾਂ ਜਿੰਨਾ ਜ਼ੋਰ ਲਾ ਦੇਣਾ ਹੁੰਦਾ ਹੈ। ਮਿਲਖਾ ਸਿੰਘ ਨੇ ਇਹ ਗੱਲ ਪੱਲੇ ਬੰਨ੍ਹ ਲਈ ਅਤੇ ਉਹ ਆਪਣੀ ਕੰਪਨੀ ਦੀਆਂ ਦੌੜਾਂ ਵਿੱਚ ਪਹਿਲੇ ਨੰਬਰ ਉੱਤੇ ਆ ਗਿਆ। ਇਸ ਜਿੱਤ ਨੇ ਉਸ ਦੀਆਂ ਸੁੱਤੀਆਂ ਸ਼ਕਤੀਆਂ ਨੂੰ ਜੁੜ ਕੇ ਜਗਾ ਦਿੱਤਾ। ਹੌਲੀ-ਹੌਲੀ ਉਸ ਦੇ ਸਰੀਰ ਵਿੱਚ ਫੁਰਤੀ ਆਉਂਦੀ ਗਈ, ਉਸ ਦੇ ਕਦਮ ਤੇਜ਼ ਹੁੰਦੇ ਗਏ ਅਤੇ ਦਮ ਪੱਕਦਾ ਗਿਆ। ਹੁਣ ਸਮੁੱਚੀ ਭਾਰਤੀ ਸੈਨਾ ਦੀ ਦੌੜ ਮੁਕਾਬਲਿਆਂ ਵਿੱਚ ਉਸ ਦੀ ਗੱਡੀ ਚੱਲਣ ਲੱਗ ਪਈ। ਇੱਥੇ ਦੱਸਿਆ ਗਿਆ ਹੈ ਕਿ ਜਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹਦੀ ਵੰਡ ਹੋਈ 1947 ਵਿੱਚ ਤਾਂ ਉਦੋਂ ਉਹਨਾਂ ਦੇ ਮਾਪੇ ਮਾਰੇ ਗਏ। ਮਿਲਖਾ ਸਿੰਘ ਰੋਂਦੇ ਹੋਏ ਤਿਲਕਦੇ ਹੋਏ ਦਿੱਲੀ ਤੱਕ ਤਾਂ ਪਹੁੰਚ ਗਏ। ਉਸ ਤੋਂ ਬਾਅਦ 1954 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਏ ਤੇ ਉਹਨਾਂ ਨੇ ਦੌੜ ਵਿੱਚ ਹਿੱਸਾ ਲੈਣਾ ਸ਼ੁਰੂ ਕਰਤਾ। ਪਹਿਲਾਂ ਤਾਂ ਉਹਨਾਂ ਨੂੰ 400 ਮੀਟਰ ਦਾ ਵੀ ਫਾਸਲੇ ਦਾ ਪਤਾ ਨਹੀਂ ਸੀ। ਇੱਕ ਵਾਰ ਉਹਨਾਂ ਨੇ ਆਪਣੇ ਅਧਿਆਪਕ ਨੂੰ ਪੁੱਛਿਆ ਵੀ ਇਹ 400 ਮੀਟਰ ਕਿੰਨਾ ਕੁ ਹੁੰਦਾ ਹੈ, ਤਾਂ ਉਹਨਾਂ ਦੇ ਉਸਤਾਦ ਨੇ ਦੱਸਿਆ ਵੀ ਗਰਾਊਂਡ ਦਾ ਇੱਕ ਚੱਕਰ ਲਾ ਲਓ, ਉਹ 400 ਮੀਟਰ ਹੋ ਜਾਂਦਾ ਹੈ। ਤੇ ਉਹਨਾਂ ਨੇ ਕਿਹਾ ਲੈ ਇੱਕ ਛੱਡੋ, ਮੈਂ ਤਾਂ ਇਸ ਗਰਾਊਂਡ ਦੇ 10 ਚੱਕਰ ਲਾ ਸਕਦਾ। ਉਸ ਤੋਂ ਬਾਅਦ ਜਦ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਇਹ ਜਵਾਬ ਸੁਣਿਆ, ਉਹ ਕਹਿੰਦੇ ਪੁੱਤ 10 ਚੱਕਰ ਲਾਉਣ ਦੀ ਲੋੜ ਨਹੀਂ, ਇੱਕ ਚੱਕਰ ਵਿੱਚ ਹੀ 10 ਚੱਕਰਾਂ ਜਿੰਨਾ ਜੋੜ ਲਾ ਦੀ ਆਪਣਾ। ਉਸ ਤੋਂ ਬਾਅਦ ਮਿਲਖਾ ਸਿੰਘ ਨੇ ਇਹ ਗੱਲ ਪੱਲੇ ਬੰਨ੍ਹ ਲਈ ਤੇ ਜਦ ਵੀ ਉਹ ਕਿਸੇ ਵੀ ਰੇਸ ਵਿੱਚ ਹਿੱਸਾ ਲੈਂਦੇ ਉਹ ਹਮੇਸ਼ਾ ਅਵਲ ਨੰਬਰ ਤੇ ਆਉਂਦੇ ਤੇ ਉਹਨਾਂ ਨੇ ਆਪਣੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਜਗਾ ਲਿਆ ਸੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਵਿੱਚ ਕੀ ਹੁਨਰ ਹੈਗਾ ਤੇ ਕਰਦੇ ਕਰਾਂਦੇ ਉਹਨਾਂ ਨੇ ਆਪਣੇ ਸਰੀਰ ਨੂੰ ਵੀ ਤੰਦਰੁਸਤ ਕੀਤਾ ਤੇ ਹੁਣ ਉਹ ਜਦ ਵੀ ਕੋਈ ਵੀ ਰੇਸ ਹੁੰਦੀ ਸੀ, ਕੋਈ ਵੀ ਦੌੜ ਹੁੰਦੀ ਸੀ, ਉਹ ਹਮੇਸ਼ਾ ਪੂਰੀ ਸੈਨਾ ਵਿੱਚ, ਭਾਰਤੀ ਸੈਨਾ ਦੇ ਵਿੱਚ ਉਹ ਅਵਲ ਨੰਬਰ ਤੇ ਆਂਦੇ ਹੀ ਆਂਦੇ ਸੀ। ਅੱਗੇ ਚੱਲਦੇ ਹਾਂ ਬੱਚਿਓ। ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਹੋਇਆ 1956 ਦੀਆਂ ਓਲੰਪਿਕ ਖੇਡਾਂ ਵਿੱਚ ਉਸਨੇ ਪਹਿਲੀ ਵਾਰ ਭਾਗ ਲਿਆ। ਭਾਵੇਂ ਉਸਨੂੰ ਜਿੱਤ ਪ੍ਰਾਪਤ ਨਾ ਹੋ ਸਕੀ ਪਰ
ਖੇਡਾਂ ਦੀ ਰੰਗ-ਬਿਰੰਗੀ ਦੁਨੀਆ ਅਤੇ ਸਜੇ ਹੋਏ ਸਟੇਡੀਅਮ ਨੇ ਉਸ ਨੂੰ ਹੈਰਾਨ ਕਰ ਦਿੱਤਾ। ਜੇਤੂ ਖਿਡਾਰੀਆਂ ਦੇ ਸਾਹੀ सम्मान ਤੋਂ ਉਸ ਨੂੰ ਬਹੁਤ ਉਤਸ਼ਾਹ ਮਿਲਿਆ। ਉਹ ਨਵਾਂ ਜੋਸ਼ ਲੈ ਕੇ ਦੇਸ਼ ਪਰਤਿਆ ਅਤੇ ਸਖਤ ਅਭਿਆਸ ਵਿੱਚ ਰੁੱਝ ਗਿਆ। ਇੱਥੇ ਦੱਸਿਆ ਗਿਆ ਹੈ ਕਿ ਜਦ ਓਲੰਪਿਕ ਹੋਏ ਮੈਲਬੌਰਨ ਆਸਟ੍ਰੇਲੀਆ ਵਿੱਚ 1956 ਵਿੱਚ ਉਹਨਾਂ ਨੇ ਉਸ ਵਿੱਚ ਪਹਿਲੀ ਵਾਰ ਭਾਗ ਲਿਆ। ਹਾਲਾਂਕਿ ਉਹ ਉਹਨਾਂ ਨੂੰ ਜਿੱਤੇ ਨਹੀਂ, ਪਰ ਉਹ ਬਹੁਤ ਹੈਰਾਨ ਹੋਏ ਰੰਗ ਬਿਰੰਗੀ ਦੁਨੀਆ ਦੇਖ ਕੇ ਖੇਡਾਂ ਦੀ, ਤੇ ਨਾਲ ਦੀ ਨਾਲ ਜਿਹੜਾ ਸਟੇਡੀਅਮ ਸਜਿਆ ਹੋਇਆ ਸੀ ਉਹ ਬਹੁਤ ਉਤਸੁਕ ਹੋਏ ਤੇ ਉਹਨਾਂ ਨੇ ਬਹੁਤ ਉਤਸੁਕ ਹੋ ਆ ਵੀ ਸਿੱਖ ਲਈ ਵੀ ਜਿਹੜੇ ਲੋਕ ਵਧੀਆ ਦੌੜਦੇ ਨੇ ਉਹਨਾਂ ਨੂੰ ਕਿੰਨਾ ਇੱਜ਼ਤ सम्मान ਮਿਲਦਾ ਹੈ। ਆ ਦੇਖੋ ਜੇਤੂ ਖਿਡਾਰੀਆਂ ਨੂੰ, ਜਿਹੜੇ ਵੱਡੇ ਵੱਡੇ ਖਿਡਾਰੀ ਹੈਗੇ ਨੇ, ਉਹ ਜੇ ਵਧੀਆ ਖੇਡਣ ਤਾਂ ਉਹਨਾਂ ਨੂੰ ਕਿੰਨਾ ਪੁਰਸਕਾਰ ਇਨਾਮ ਮਿਲਦਾ ਹੈ, ਕਿੰਨੀ ਇੱਜ਼ਤ ਮਿਲਦੀ ਹੈ। ਇਹ ਸਾਰਾ ਕੁਝ ਸਿੱਖ ਕੇ ਉਹ ਵਾਪਸ ਘਰ ਆਏ ਤੇ ਆਪਣੀ ਟ੍ਰੇਨਿੰਗ ਦੇ ਵਿੱਚ ਰੁੱਝ ਗਏ, ਸਖਤ ਅਭਿਆਸ ਦੇ ਵਿੱਚ ਰੁੱਝ ਗਏ। ਅੱਗੇ ਪੜ੍ਹਦੇ ਹਾਂ ਬੱਚਿਓ। 1958 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਤੀਜੀਆਂ ਏਸ਼ੀਆਈ ਖੇਡਾਂ ਹੋਈਆਂ। ਮਿਲਖਾ ਸਿੰਘ ਉਨੀ ਦਿਨੀ ਪੂਰੀ ਤਿਆਰੀ ਵਿੱਚ ਸੀ। ਇਸ ਵਾਰ ਉਸਨੇ ਦੌੜਾਂ ਵਿੱਚ ਸਭ ਨੂੰ ਪਿਛਾੜ ਦਿੱਤਾ ਤੇ ਉਹ ਏਸ਼ੀਆ ਦਾ ਸਭ ਤੋਂ ਤਕੜਾ ਦੌੜਾਕ ਬਣ ਗਿਆ। 200 ਮੀਟਰ ਤੇ 400 ਮੀਟਰ ਦੀਆਂ ਦੌੜਾਂ ਵਿੱਚ ਉਸਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਸਾਰਾ ਸਟੇਡੀਅਮ ਉਸਦੀ ਹੱਲਾਸ਼ੇਰੀ ਵਿੱਚ ਗੂੰਜ ਉੱਠਿਆ। ਅਖਬਾਰਾਂ ਵਾਲਿਆਂ ਨੇ ਉਸ ਨੂੰ ਘੇਰ ਲਿਆ। ਕੈਮਰਿਆਂ ਦੀਆਂ ਅੱਖਾਂ ਜਗਣ ਬੁੱਝਣ ਲੱਗੀਆਂ। ਖੁਸ਼ੀ ਨਾਲ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਆਪਣਾ ਗਰੀਬੀ ਭਰਿਆ ਬਚਪਨ, ਕਤਲ ਹੋਏ ਮਾਪੇ ਤੇ ਬਿਪਤਾ ਦੇ ਦਿਨ ਯਾਦ ਆ ਗਏ। ਜਦੋਂ ਜਾਪਾਨ ਦੇ ਬਾਦਸ਼ਾਹ ਨੇ ਉਸ ਨੂੰ ਇਨਾਮ ਦਿੱਤਾ ਤਾਂ ਭਾਰਤ ਦਾ ਕੌਮੀ ਤਰਾਨਾ ਉਸ ਦੇ ਸਨਮਾਨ ਵਿੱਚ ਗੂੰਜ ਉੱਠਿਆ। ਅਗਲੇ ਦਿਨ ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਹੋ ਗਈ। 1958 ਵਿੱਚ ਇੰਗਲੈਂਡ ਵਿੱਚ ਕਾਰਡਿਫ ਵਿਖੇ ਹੋਈਆਂ ਕਾਮਨਵੈਲਥ ਦੌੜਾਂ ਵੀ ਉਸਨੇ ਜਿੱਤੀਆਂ। ਫਿਰ ਲਾਹੌਰ ਵਿਖੇ ਭਾਰਤ ਪਾਕਿਸਤਾਨ ਆਏਗਾ ਬੱਚਿਓ ਖੇਡਾਂ ਹੋਈਆਂ। ਮਿਲਖਾ ਸਿੰਘ ਨੇ ਜਦੋਂ ਇੰਚਾਂ ਨਹੀਂ ਸਗੋਂ ਗਜਾਂ ਦੇ ਫਰਕ ਨਾਲ ਦੌੜ ਜਿੱਤੀ ਤਾਂ ਪਾਕਿਸਤਾਨ ਅਨਾਉਂਸਰ ਨੇ ਕਿਹਾ ਮਿਲਖਾ ਸਿੰਘ ਨੇ ਇਹ ਦੌੜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ, ਇਸ ਲਈ ਉਸ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦਾ ਹੈ। ਤਦ ਤੋਂ ਹੀ ਉਹ ਫਲਾਈਂਗ ਸਿੱਖ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਹੁਣ ਇੱਥੇ ਦੱਸਿਆ ਗਿਆ ਬੱਚਿਓ ਜਦ 1958 ਵਿੱਚ ਜਦ ਜਾਪਾਨ ਦੇ ਰਾਜਧਾਨੀ ਟੋਕੀਓ ਵਿੱਚ 3rd ਏਸ਼ੀਅਨ ਗੇਮਸ ਹੋਈਆਂ, ਉੱਥੇ ਉਸ ਵੇਲੇ ਮਿਲਖਾ ਸਿੰਘ ਪੂਰੀ ਤਿਆਰੀ ਨਾਲ, ਬਿਲਕੁਲ ਜੋਸ਼ ਨਾਲ ਤਿਆਰ ਸਨ ਤੇ ਉਹਨਾਂ ਨੇ ਹਰ ਰੇਸ ਜਿੱਤੀ ਤੇ ਏਸ਼ੀਆ ਦੇ ਸਭ ਤੋਂ ਤਾਕਤਵਰ ਦੌੜਨ ਵਾਲੇ ਖਿਡਾਰੀ ਬਣ ਗਏ। ਉਹਨਾਂ ਨੇ ਨਵਾਂ ਰਿਕਾਰਡ ਵੀ ਬਣਾਇਆ 200 ਮੀਟਰ ਤੇ 400 ਮੀਟਰ ਦੀ ਰੇਸ ਜਾਂ ਦੌੜ ਦੇ ਵਿੱਚ। ਉਸ ਤੋਂ ਬਾਅਦ ਤਾਂ ਪੂਰਾ ਸਟੇਡੀਅਮ ਹੱਲਾਸ਼ੇਰੀ ਦੇ ਨਾਲ ਚੀਕਾਂ ਮਾਰਨ ਲੱਗ ਗਿਆ, ਮਿਲਖਾ ਸਿੰਘ। ਅਖਬਾਰ ਵਾਲਿਆਂ ਨੇ ਉਹਨਾਂ ਨੂੰ ਘੇਰ ਲਿਆ, ਕੈਮਰੇ ਵਾਲਿਆਂ ਨੇ ਘੇਰ ਲਿਆ ਤੇ ਕੈਮਰੇ ਨਾਲ ਫੋਟੋ ਖਿੱਚਣ ਲੱਗੇ। ਉਦੋਂ ਮਿਲਖਾ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹਨਾਂ ਨੂੰ ਆਪਣਾ ਗਰੀਬੀ ਵਾਲਾ ਬਚਪਨ ਯਾਦ ਆ ਗਿਆ, ਆਪਣੇ ਮਾਪੇ ਯਾਦ ਆ ਗਏ ਜਿਨ੍ਹਾਂ ਦਾ ਕਤਲ ਹੋਇਆ ਸੀ ਤੇ ਨਾਲ ਹੀ ਉਹਨਾਂ ਨੂੰ ਉਹ ਦਿਨ ਯਾਦ ਆ ਗਏ ਜਦ ਉਹਨਾਂ ਨੇ ਬਹੁਤ ਦੁੱਖ ਦੇਖੇ ਸੀ। ਤੇ ਜਦੋਂ ਜਾਪਾਨ ਦੇ ਬਾਦਸ਼ਾਹ ਨੇ ਉਹਨਾਂ ਨੂੰ ਇਨਾਮ ਦਿੱਤਾ, ਉਸ ਵੇਲੇ ਭਾਰਤ ਦਾ ਕੌਮੀ ਤਰਾਨਾ ਯਾਨੀ ਕਿ ਰਾਸ਼ਟਰਗਾਨ ਉੱਥੇ ਸਟੇਡੀਅਮ ਵਿੱਚ ਗੂੰਜ ਉੱਠਿਆ। ਤੇ ਇਹ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਜਦ ਆਪਣੇ ਦੇਸ਼ ਦਾ ਕੌਮੀ ਤਰਾਨਾ ਗੂੰਜ ਉੱਠੇ ਤੇ ਉਹਨਾਂ ਨੂੰ ਵੀ ਵਧੀਆ ਮਹਿਸੂਸ ਹੋ ਰਿਹਾ ਸੀ ਮਿਲਖਾ ਸਿੰਘ ਨੂੰ ਤੋਂ। ਤੇ ਇਸ ਤੋਂ ਬਾਅਦ ਬਸ ਅਗਲੇ ਦਿਨ ਤੋਂ ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਹੋ ਗਈ। ਉਹਨਾਂ ਦੀ ਵਾਹਵਾਹੀ ਹੋਣ ਲੱਗ ਪਈ, ਸਾਰੇ ਉਹਨਾਂ ਨੂੰ ਜਾਣਨ ਲੱਗ ਪਏ, ਸਭ ਨੂੰ ਪਤਾ ਲੱਗ ਗਿਆ ਕਿ ਉਹ ਕਿੰਨੇ ਵਧੀਆ ਖਿਡਾਰੀ ਨੇ। 1958 ਵਿੱਚ
ਜਦੋਂ ਕਾਮਨਵੈਲਥ ਗੇਮਸ ਹੋਈਆਂ ਇੰਗਲੈਂਡ ਦੇ ਵਿੱਚ, ਤਦ ਵੀ ਉਹ ਜਿੱਤੇ। ਫਿਰ ਉਸ ਤੋਂ ਬਾਅਦ ਇੰਡੀਆ ਪਾਕਿਸਤਾਨ ਦੀ ਖੇਡ ਹੋਈ ਲਾਹੌਰ ਦੇ ਵਿੱਚ, ਉੱਥੇ ਵੀ ਮਿਲਖਾ ਸਿੰਘ ਨੇ ਇੰਚਾਂ ਦੇ ਫਰਕ ਨਾਲ ਨਹੀਂ ਬਲਕਿ ਪੂਰੇ ਦੇ ਪੂਰੇ ਗੱਜ ਦੇ ਹਿਸਾਬ ਨਾਲ ਫਰਕ ਕਰਕੇ ਉਹ ਬਾਕੀ ਖਿਡਾਰੀਆਂ ਤੋਂ ਜਿੱਤੇ। ਬਹੁਤ ਵੱਡਾ ਫਾਸਲਾ ਸੀ ਜਿਹੜੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਫਿਰ ਉਸ ਤੋਂ ਬਾਅਦ ਪਾਕਿਸਤਾਨੀ ਜਿਹੜੇ ਅਨਾਉਂਸਰ ਸੀ, ਜਿਨ੍ਹਾਂ ਨੇ ਮਾਈਕ ਫੜਿਆ ਹੋਇਆ ਸੀ, ਜਿਹੜੇ ਦੱਸਦੇ ਰਹਿੰਦੇ ਨੇ ਵੀ ਖੇਡ ਵਿੱਚ ਕੀ ਹੋ ਰਿਹਾ, ਉਹਨਾਂ ਨੇ ਕਿਹਾ ਵੀ ਮਿਲਖਾ ਸਿੰਘ ਨੇ ਤਾਂ ਇਹ ਰੇਸ ਦੌੜ ਕੇ ਨਹੀਂ ਪੂਰੀ ਕੀਤੀ, ਇੰਜ ਲੱਗ ਰਿਹਾ ਵੀ ਉਹਨਾਂ ਨੇ ਤਾਂ ਉੜ ਕੇ ਪੂਰੀ ਕੀਤੀ ਹੈ। ਤੇ ਹੁਣ ਮੈਂ ਇਹਨਾਂ ਨੂੰ ਕਹਾਂਗਾ ਫਲਾਈਂਗ ਸਿੱਖ, ਕਿਉਂਕਿ ਇਹਨਾਂ ਨੇ ਤਾਂ ਰੇਸ ਹੀ ਉੱਡ ਕੇ ਪੂਰੀ ਕੀਤੀ, ਇੰਨੀ ਤੇਜ਼ ਦੌੜੇ, ਇੰਜ ਜਾਪ ਰਿਹਾ ਸੀ ਜਿਵੇਂ ਉੱਡ ਰਹੇ ਹੋਣ। ਤੇ ਉਸ ਦਿਨ ਤੋਂ ਬਾਅਦ ਉਹਨਾਂ ਦਾ ਨਾਂ ਹੀ ਰੱਖਤਾ ਗਿਆ ਫਲਾਈਂਗ ਸਿੱਖ। ਹੈ ਨਾ ਵੱਡਿਓ, ਵਧੀਆ ਗੱਲ। ਅੱਗੇ ਚੱਲਦੇ ਹਾਂ। 1960 ਵਿੱਚ ਰੋਮ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਉਸਨੇ 400 ਮੀਟਰ ਦੀ ਦੌੜ ਦੌੜੀ ਸੀ। ਸਭ ਨੂੰ ਆਸ ਸੀ ਕਿ ਉਹ ਇਸ ਦੇ ਰਿਕਾਰਡ ਨੂੰ ਤੋੜ ਦੇਵੇਗਾ। ਦੌੜ ਸ਼ੁਰੂ ਹੋਣ ਵੇਲੇ ਉਸਨੂੰ ਟਰੈਕ ਦੀ 5ਵੀਂ ਲੇਨ ਮਿਲੀ। ਮੂਰੇ ਲੱਗ ਕੇ ਦੌੜਨ ਨਾਲੋਂ ਪਿੱਛੇ ਲੱਗ ਕੇ ਦੌੜਨਾ ਸੁਖਾਲਾ ਹੁੰਦਾ ਹੈ, ਕਿਉਂਕਿ ਮੋੜਲਾ ਦੌੜਾਕ ਦਿਸਦਾ ਰਹਿੰਦਾ ਹੈ। ਉਹ ਪਹਿਲੇ 250 ਮੀਟਰ ਬਹੁਤ ਤੇਜ਼ ਦੌੜਿਆ। ਅਚਾਨਕ ਉਸਨੂੰ ਆਪਣੇ ਬਹੁਤ ਤੇਜ਼ ਹੋਣ ਦਾ ਅਹਿਸਾਸ ਹੋਇਆ ਤੇ ਉਸਦੀ ਚਾਲ ਮੱਠੀ ਪੈ ਗਈ। ਦੂਜੇ ਦੌੜਾਕ ਅੱਗੇ ਲੰਘ ਗਏ। ਫਿਰ ਅਖੀਰ ਤੇ ਲਾਇਆ ਜ਼ੋਰ ਵੀ ਕੰਮ ਨਾ ਆਇਆ। ਮਿਲਖਾ ਸਿੰਘ ਇਸ ਦੌੜ ਵਿੱਚ ਚੌਥੇ ਨੰਬਰ ਤੇ ਆਇਆ। ਫਿਰ ਵੀ ਉਹ ਪਹਿਲੇ ਸੰਸਾਰ ਰਿਕਾਰਡ ਨੂੰ ਮਾਤ ਪਾ ਗਿਆ। 1960 ਵਿੱਚ ਜਦ ਓਲੰਪਿਕ ਦੀਆਂ ਖੇਡਾਂ ਰੋਮ ਵਿਖੇ ਹੋਈਆਂ ਤਾਂ ਉਹ ਲੜ ਰਹੇ ਸੀ 400 ਮੀਟਰ ਦੀ ਰੇਸ ਦੇ ਵਿੱਚ। ਸਭ ਨੂੰ ਇਹੀ ਉਮੀਦ ਸੀ ਵੀ ਉਹ ਪਿਛਲੇ ਸਾਰੇ ਰਿਕਾਰਡ ਤੋੜ ਦੇਣਗੇ। ਤੇ ਖੇਡ ਵਿੱਚ ਨਾ ਇੰਜ ਕਰਕੇ ਗੋਲ-ਗੋਲ ਚੱਕਰ ਬਣੇ ਹੁੰਦੇ ਨੇ ਤੇ ਉਹਨਾਂ ਨੂੰ 5ਵੀਂ ਲੇਨ ਮਿਲੀ। ਪਹਿਲਾਂ ਤਾਂ ਉਹ ਪਹਿਲੇ ਜਿਹੜੇ 250 ਮੀਟਰ ਸੀ ਉਹ ਬਹੁਤ ਵਧੀਆ ਦੌੜੇ, ਪਰ ਉਸ ਤੋਂ ਬਾਅਦ ਉਹ ਢਿੱਲੇ ਪੈ ਗਏ ਤੇ ਉਹਨਾਂ ਨੂੰ ਇੰਜ ਲੱਗੇ ਵੀ ਉਹ ਬਹੁਤ ਤੇਜ਼ ਦੌੜ ਰਹੇ ਨੇ, ਬਾਕੀ ਖਿਡਾਰੀ ਪਿੱਛੇ ਰਹਿ ਜਾਣਗੇ। ਤਾਂ ਉਹਨਾਂ ਨੇ ਕੀ ਕੀਤਾ, ਆਪਣਾ ਜਿਹੜਾ ਦੌੜ ਸੀ ਉਹ ਹੌਲੀ ਕਰਤੀ। ਪਰ ਫਿਰ ਉਹਨਾਂ ਨੇ ਦੇਖਿਆ ਵੀ ਬਾਕੀ ਸਾਰੇ ਖਿਡਾਰੀ ਅੱਗੇ ਲੰਘ ਗਏ ਤਾਂ ਉਹ ਫਟਾਫਟ ਝਟਪਟ ਉਹਨਾਂ ਨੇ ਸਪੀਡ ਫੜੀ, ਪਰ ਉਹ ਫਿਰ ਕਿਸੇ ਕੰਮ ਦੀ ਨਹੀਂ ਸੀ। ਅਖੀਰੀ ਜੋੜ ਲਾਇਆ ਤਾਂ ਕਿਸੇ ਕੰਮ ਦਾ ਨਹੀਂ ਆਇਆ ਤੇ ਉਹ ਕਰਦੇ ਕਰਾਂਦੇ ਚੌਥੇ ਸਥਾਨ ਤੇ ਪਹੁੰਚ ਗਏ। ਪਰ ਫਿਰ ਵੀ ਉਹਨਾਂ ਨੇ ਸਾਰੇ ਰਿਕਾਰਡ ਪਹਿਲੇ ਦੇ ਤੋੜ ਦਿੱਤੇ। ਅੱਗੇ ਚੱਲਦੇ ਹਾਂ। ਰੋਮ ਦੀ ਦੌੜ ਪਿੱਛੋਂ ਬਹੁਤ ਉਦਾਸ ਹੋ ਗਿਆ। ਉਸ ਦੇ ਸੁਪਨੇ ਤਿੜਕ ਗਏ। ਦੌੜਦਿਆਂ ਉਸਨੇ ਬੇਹੱਦ ਸਰੀਰਕ ਕਸ਼ਟ ਝੱਲਿਆ ਸੀ। ਅਨੇਕ ਵਾਰ ਉਹ ਬੇਹੋਸ਼ ਹੋ ਕੇ ਡਿੱਗਿਆ ਸੀ। ਇਸ ਹਾਰ ਦੀ ਉਸਨੇ ਬਹੁਤ ਨਮੋਸ਼ੀ ਮੰਨੀ। ਉਸਨੇ ਫੈਸਲਾ ਕੀਤਾ ਕਿ ਉਹ ਅੱਗੇ ਤੋਂ ਦੌੜ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ, ਪਰ ਉਸਦੇ ਮਿੱਤਰਾਂ ਅਤੇ ਅਫਸਰਾਂ ਦੇ ਦਿਲਾਸਾ ਦੇਣ ਉੱਤੇ ਉਹ ਫਿਰ ਸੰਭਲ ਗਿਆ। ਉਸਨੇ ਫਿਰ ਕਿੱਲਾਂ ਵਾਲੇ ਬੂਟ ਪਾ ਲਏ ਅਤੇ ਗਰਾਊਂਡ ਨੂੰ ਜਾ ਕੇ ਮੱਥਾ ਟੇਕਿਆ। 1962 ਵਿੱਚ ਜਕਾਰਤਾ ਵਿੱਚ ਹੋਇਆ ਚੌਥੀਆਂ ਏਸ਼ੀਅਨ ਖੇਡਾਂ ਵਿੱਚ ਉਸਨੇ ਫਿਰ ਸੋਨੇ ਦੇ ਤਗਮੇ ਜਿੱਤੇ। ਤਾਂ ਇੱਥੇ ਦੱਸਿਆ ਗਿਆ ਹੈ ਵੀ ਉਹ ਬਹੁਤ ਉਦਾਸ ਹੋ ਗਏ ਸਨ ਰੋਮ ਦੀ ਖੇਡ ਤੋਂ ਬਾਅਦ, ਕਿਉਂਕਿ ਉਹ ਜਿੱਤ ਨਹੀਂ ਪਾਏ ਸੀ। ਉਹਨਾਂ ਦੇ ਸਾਰੇ ਸੁਪਨੇ ਟੁੱਟ ਗਏ ਸੀ ਤੇ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਸਨ, ਕਿਉਂਕਿ ਉਹ ਬਹੁਤ ਵਾਰ ਡਿੱਗ ਕੇ ਫਿਰ ਸੰਭਲੇ ਸਨ, ਦੌੜੇ ਸਨ ਤੇ ਉਹਨਾਂ ਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਕਿ ਉਹ ਦੌੜ ਨਹੀਂ ਜਿੱਤ ਪਾਏ ਰਿਕਾਰਡ ਬਣਾ ਕੇ। ਤੇ ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਉਹ ਦੌੜਾਂ ਲੜਨੀਆਂ ਛੱਡ ਦੇਣਗੇ। ਪਰ ਫਿਰ ਉਹਨਾਂ ਦੇ ਦੋਸਤਾਂ ਅਫਸਰਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਫਿਰ ਤੋਂ ਉਹਨਾਂ ਨੇ ਹਿੰਮਤ ਇਕੱਠੀ ਕਰਕੇ, ਹਿੰਮਤ ਜੁਟਾ ਕੇ ਦੇਰ ਆਏ ਦਰੁਸਤ ਆਏ, ਪਰ ਆਪਣੀ ਦੌੜ ਦੀ ਤਿਆਰੀ ਕਰਨੀ ਸ਼ੁਰੂ ਕਰਤੀ ਤੇ ਅਭਿਆਸ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਪਾਏ ਆਪਣੇ ਨੋਕੀਲੇ ਬੂਟ ਤੇ ਜਾ ਕੇ ਗਰਾਊਂਡ ਨੂੰ ਮੱਥਾ ਟੇਕਿਆ ਤੇ ਫਿਰ 1962 ਵਿੱਚ ਜਕਾਰਤਾ ਵਿੱਚ ਹੋਈਆਂ ਜਿਹੜੀ ਏਸ਼ੀਅਨ ਖੇਡਾਂ ਵਿੱਚ ਉਹਨਾਂ ਨੇ ਵਧੀਆ ਸਥਾਨ ਹਾਸਲ ਕੀਤਾ। ਅੱਗੇ ਚੱਲਦੇ ਹਾਂ।
1964 ਵਿੱਚ ਟੋਕੀਓ ਵਿੱਚ ਹੋਇਆ ਓਲੰਪਿਕ ਖੇਡਾਂ ਵਿੱਚ ਉਸਨੇ ਤੀਜੀ ਵਾਰ ਭਾਗ ਲਿਆ। ਇਸ ਪਿੱਛੋਂ ਉਸਨੇ ਦੌੜ ਮੁਕਾਬਲਿਆਂ ਨੂੰ ਅਲਵਿਦਾ ਕਹਿ ਦਿੱਤੀ ਤੇ ਆਪਣੇ ਕਿੱਲਾਂ ਵਾਲੇ ਬੂਟ ਕਿੱਲੀ ਉੱਤੇ ਟੰਗ ਦਿੱਤੇ। 1971 ਵਿੱਚ ਉਸਨੇ ਫੌਜ ਦੀ ਨੌਕਰੀ ਛੱਡ ਦਿੱਤੀ। ਪੰਜਾਬ ਸਰਕਾਰ ਨੇ ਉਸ ਨੂੰ ਖੇਡ ਵਿਭਾਗ ਦਾ ਇੱਕ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ। ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਦਾ ਸਨਮਾਨ ਦਿੱਤਾ। ਮਿਲਖਾ ਸਿੰਘ ਦੇ ਜੀਵਨ ਤੋਂ ਖਿਡਾਰੀ ਹੁਣ ਵੀ ਪ੍ਰੇਰਣਾ ਲੈਂਦੇ ਹਨ। ਤੇ ਹੋਇਆ ਕਿ ਉਹਨਾਂ ਨੇ ਖੇਡ ਜਿੱਤੀ 1962 ਵਿੱਚ ਜਿਹੜੀ ਹੋਈ ਸੀ, ਉਹਨਾਂ ਨੇ ਫੇਰ ਮੈਡਲ ਜਿੱਤੇ, ਫੇਰ ਜਿੱਤ ਕੇ ਆਏ। ਤੇ ਜਦ 1964 ਵਿੱਚ ਉਹਨਾਂ ਨੇ ਓਲੰਪਿਕ ਵਿੱਚ ਖੇਡਾਂ ਵਿੱਚ ਹਿੱਸਾ ਲਿਆ ਤੀਜੀ ਵਾਰ, ਉਸ ਤੋਂ ਬਾਅਦ ਉਹਨਾਂ ਨੇ ਟਾਟਾ ਬਾਏ ਬਾਏ ਕਰਤੀ ਖੇਡਾਂ ਨੂੰ ਵੀ, ਹੁਣ ਮੈਂ ਬਹੁਤ ਖੇਡ ਲਿਆ ਜਿੰਨਾ ਖੇਡਣਾ ਸੀ, ਤੇ ਉਹਨਾਂ ਨੇ ਆਪਣੇ ਬੂਟ ਕਿੱਲੀ ਉੱਤੇ ਟੰਗ ਦਿੱਤੇ। ਫਿਰ ਉਹਨਾਂ ਨੇ ਫੌਜ ਵੀ ਛੱਡ ਦਿੱਤੀ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਇੱਕ ਵੱਡੀ ਅਹੁਦੇ ਤੇ ਅਪਾਇੰਟ ਕਰਤਾ ਜਾਂ ਨਿਯੁਕਤ ਕਰਤਾ ਆਪਾਂ ਕਹਿ ਸਕਦੇ ਹਾਂ। ਤੇ ਨਾਲ ਦੇ ਨਾਲ ਉਹਨਾਂ ਨੂੰ ਭਾਰਤ ਦੀ ਸਰਕਾਰ ਨੇ ਪਦਮ ਸ਼੍ਰੀ ਵੀ ਦਿੱਤਾ। ਇਹ ਬਹੁਤ ਵੱਡਾ ਸਨਮਾਨ ਤੇ ਸਤਿਕਾਰ ਹੁੰਦਾ ਹੈ। ਤੇ ਅੱਜ ਦੀ ਡੇਟ ਵਿੱਚ ਵੀ, ਅੱਜ ਕੱਲ ਵੀ ਮਿਲਖਾ ਸਿੰਘ ਦੇ ਜੀਵਨ ਤੋਂ ਖਿਡਾਰੀ ਬਹੁਤ ਪ੍ਰੇਰਣਾ ਲੈਂਦੇ ਨੇ, ਬਹੁਤ ਪ੍ਰੇਰਿਤ ਹੁੰਦੇ ਨੇ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ ਔਖੇ ਸ਼ਬਦਾਂ ਦੇ ਅਰਥ। ਪ੍ਰਬਲ, ਜ਼ੋਰਦਾਰ, ਤੇਜ਼। ਸ਼ਰਨਾਰਥੀ, ਸ਼ਰਨ ਜਾਂ ਆਸਰਾ ਲੈਣ ਵਾਲਾ। ਗੁੱਡੀ ਚੜਨਾ, ਪ੍ਰਸਿੱਧੀ ਹੋਣੀ ਜਾਂ ਚੜ੍ਹਦੀ ਕਲਾ ਵਿੱਚ ਹੋਣਾ। ਗੱਲ ਪੱਲੇ ਬਣਨੀ, ਹਿੱਸੇ ਦੀ ਆਖੀ ਗੱਲ ਯਾਦ ਰੱਖਣੀ। ਦਿਲਾਸਾ, ਹੌਸਲਾ ਵਧਾਉਣਾ ਜਾਂ ਤਸੱਲੀ ਦੇਣੀ। ਫਸਾਦ ਜਾਂ ਜਿਹਦਾ ਮਤਲਬ ਹੁੰਦਾ ਲੜਾਈ, ਦੰਗੇ। ਉਸਤਾਦ, ਅਧਿਆਪਕ, ਗੁਰੂ। ਕੋਈ ਕਲਾ ਜਾਂ ਹੁਨਰ ਸਿਖਾਉਣ ਵਾਲਾ। ਉਤਸ਼ਾਹ ਮਤਲਬ ਹੌਸਲਾ ਜਾਂ ਜੋਸ਼। ਬਿਪਤਾ, ਮੁਸੀਬਤ, ਬੁਰਾ ਵਕਤ। ਨਮੋਸ਼ੀ, ਸ਼ਰਮਿੰਦਗੀ ਜਾਂ ਫਿਰ ਨਿਰਾਦਰੀ। ਅੱਗੇ ਚੱਲਦੇ ਹਾਂ ਬੱਚਿਓ, ਪਾਠ ਅਭਿਆਸ। ਪਹਿਲਾ ਹੈਗਾ ਖਾਲੀ ਸਥਾਨ ਭਰੋ। ਊੜਾ, ਤੇਜ਼ ਦੌੜਨ ਕਾਰਨ ਮਿਲਖਾ ਸਿੰਘ ਦਾ ਨਾਂ ਡੈਸ਼ ਪੈ ਗਿਆ। ਉਹਨਾਂ ਦਾ ਨਾਂ ਪੈ ਗਿਆ ਸੀ ਫਲਾਈਂਗ ਸਿੱਖ। ਐੜਾ, ਜੇਤੂ ਖਿਡਾਰੀਆਂ ਦੇ ਸ਼ਾਹੀ ਸਥਾਨ ਤੋਂ ਉਸ ਨੂੰ ਬਹੁਤ ਡੈਸ਼ ਮਿਲਿਆ, ਉਹਨਾਂ ਨੂੰ ਬਹੁਤ ਉਤਸ਼ਾਹ ਮਿਲਿਆ। ਈੜੀ, ਤੀਜੀਆਂ ਏਸ਼ੀਆਈ ਖੇਡਾਂ ਡੈਸ਼ ਦੀ ਰਾਜਧਾਨੀ ਵਿੱਚ ਹੋਈਆਂ। ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਈਆਂ ਸਨ। ਸੱਸਾ, ਭਾਰਤ ਸਰਕਾਰ ਨੇ ਮਿਲਖਾ ਸਿੰਘ ਨੂੰ ਡੈਸ਼ ਦਾ ਸਨਮਾਨ ਦਿੱਤਾ, ਉਹਨਾਂ ਨੂੰ ਸਨਮਾਨ ਦਿੱਤਾ ਪਦਮ ਸ਼੍ਰੀ ਦਾ। ਦੂਜਾ ਪ੍ਰਸ਼ਨ, ਸੰਖੇਪ ਵਿੱਚ ਉੱਤਰ ਦਿਓ। ਊੜਾ, ਮਿਲਖਾ ਸਿੰਘ ਦਾ ਜਨਮ ਕਿੱਥੇ ਹੋਇਆ? ਇੱਥੇ ਲਿਖਾਂਗੇ ਮਿਲਖਾ ਸਿੰਘ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿੱਚ ਹੋਇਆ ਸੀ। ਐੜਾ ਪ੍ਰਸ਼ਨ, ਮਿਲਖਾ ਸਿੰਘ ਫੌਜ ਵਿੱਚ ਕਦੋਂ ਭਰਤੀ ਹੋਇਆ? 1953 ਵਿੱਚ ਫੌਜ ਵਿੱਚ ਭਰਤੀ ਹੋਏ ਸੀ। ਈੜੀ, ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਿਸ ਨੇ ਕਿਹਾ ਸੀ? ਇੱਥੇ ਲਿਖ ਦਿੰਦੇ ਆ ਪਾਕਿਸਤਾਨੀ ਅਨਾਉਂਸਰ ਨੇ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਿਹਾ ਸੀ। ਸੱਸਾ,
ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਕਿਵੇਂ ਸਨਮਾਨਿਤ ਕੀਤਾ? ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਖੇਡ ਵਿਭਾਗ ਦਾ ਇੱਕ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ। ਪੰਜਾਬ ਸਰਕਾਰ ਨੇ ਮਿਲਖਾ ਸਿੰਘ ਨੂੰ ਖੇਡ ਵਿਭਾਗ ਦਾ ਇੱਕ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਤੀਜਾ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸਭ ਤੋਂ ਪਹਿਲਾ ਫਸਾਦ। ਕੁਝ ਲੋਕ ਧਰਮ ਦੇ ਨਾਂ ਤੇ ਫਸਾਦ ਕਰਦੇ ਹਨ। ਫਿਰ ਹੈ ਅਨੁਮਾਨ, ਮੇਰੇ ਅਨੁਮਾਨ ਨਾਲ ਅੱਜ ਮੀਂਹ ਪਵੇਗਾ। ਫਿਰ ਉਸ ਤੋਂ ਬਾਅਦ ਅਭਿਆਸ, ਵਾਰ-ਵਾਰ ਅਭਿਆਸ ਕਰਨ ਨਾਲ ਔਖਾ ਕੰਮ ਵੀ ਸੌਖਾ ਹੋ ਜਾਂਦਾ ਹੈ। ਉਸ ਤੋਂ ਬਾਅਦ ਹੈ ਉਤਸ਼ਾਹ, ਕਮਜ਼ੋਰ ਬੱਚਾ ਵੀ ਉਤਸ਼ਾਹ ਮਿਲਣ ਤੇ ਤੇਜ਼ ਹੋ ਸਕਦਾ ਹੈ। ਉਸ ਤੋਂ ਬਾਅਦ ਹੈ ਅਹਿਸਾਸ, ਸ਼ਾਮ ਦੌੜ ਦਾ ਅਭਿਆਸ ਕਰਦਾ ਇਹ ਅਹਿਸਾਸ ਹੋਇਆ ਉਸਨੂੰ ਕਿ ਉਹ ਬਹੁਤ ਤੇਜ਼ ਦੌੜ ਸਕਦਾ ਹੈ। ਪਛਤਾਵਾ, ਮੈਨੂੰ ਮੇਰੀ ਗਲਤੀ ਦਾ ਪਛਤਾਵਾ ਹੈ। ਤਗਮਾ, ਦੌੜ ਵਿੱਚ ਪਹਿਲੇ ਨੰਬਰ ਤੇ ਆਉਣ ਤੇ ਮੈਨੂੰ ਇੱਕ ਸੋਨੇ ਦਾ ਤਗਮਾ ਮਿਲਿਆ। ਨਿਯੁਕਤੀ, ਮੇਰੇ ਭਰਾ ਦੀ ਨਿਯੁਕਤੀ ਫੌਜ ਵਿੱਚ ਹੋ ਗਈ। ਅਲਵਿਦਾ, ਕੱਲ ਮੇਰਾ ਦੋਸਤ ਮੈਨੂੰ ਅਲਵਿਦਾ ਬੋਲ ਕੇ ਦਿੱਲੀ ਚਲਾ ਗਿਆ। ਫਿਰ ਹੈ ਮੁਕਾਬਲਾ, ਅੱਜ ਸਾਡੇ ਸਕੂਲ ਦਾ ਮੁਕਾਬਲਾ ਦੂਸਰੇ ਸਕੂਲ ਨਾਲ ਹੈ। ਜਾਂ ਤੁਸੀਂ ਲਿਖ ਸਕਦੇ ਹੋ ਅੱਜ ਅਸੀਂ ਹਾਕੀ ਦਾ ਮੁਕਾਬਲਾ ਜਿੱਤ ਗਏ ਹਾਂ। ਆਓ ਇਹਨਾਂ ਨੂੰ ਹੁਣ ਲਿਖ ਵੀ ਲਈਏ। ਸਭ ਤੋਂ ਪਹਿਲਾਂ ਕੁਝ ਲੋਕ ਧਰਮ ਦੇ ਨਾਂ ਤੇ ਫਸਾਦ ਕਰਦੇ ਹਨ। ਦੂਜਾ, ਮੇਰੇ ਅਨੁਮਾਨ ਨਾਲ ਅੱਜ ਰਾਤ ਮੀਂਹ ਹੋਵੇਗਾ। ਤੀਜਾ, बार-बार अभ्यास करन नाल औखा काम भी सौखा हो जाता है। चौथा, कमजोर बच्चा भी उत्साह मिलन ते तेज हो जाता है या हो सकता है। पंजवा, शाम दौड़ का अभ्यास करता उस एहसास होया कि ओहो बहुत तेज दौड़ सकता है। अगला हैगा छेवां, मैनू मेरी गलती दा पछतावा है। सतवां,
ਦੌੜ ਵਿੱਚ ਪਹਿਲੇ ਨੰਬਰ ਤੇ ਆਉਣ ਤੇ ਮੈਨੂੰ ਇੱਕ ਸੋਨੇ ਦਾ तगमा मिलिया। अगला है मेरे भरा दी नियुक्ति फौज विच हो गई है। नौवां कल मेरा दोस्त मैनू अलविदा बोल के दिल्ली चला गया। 10वां ਇਹਦੇ ਦੋ ਵਾਕ ਲਿਖ ਸਕਦੇ ਹਾਂ ਜਾਂ ਤਾਂ ਆਪਾਂ ਲਿਖ ਸਕਦੇ ਹਾਂ ਅੱਜ ਸਾਡੇ ਸਕੂਲ ਦਾ ਮੁਕਾਬਲਾ दूसरे स्कूल नाल है। या तुसी लिख सकते हो आज असी हाकी दा मुकाबला जीत गए। ठीक है बच्चों, आगे चलते हैं। चौथा प्रश्न, हेठा एक ही अर्थ लई पंजाबी अते हिंदी विच भिन्न भिन्न शब्द दिते गए हन। इन्हां नूं ध्यान नाल पढ़ो अते पंजाबी शब्दां नूं लिखो। मुकाबला, प्रतियोगिता, फर्क, अंतर, हिस्सा, भाग, फौज, सेना, पहला, प्रथम, सुथाला, आसान, कौमी तिरंगा, राष्ट्रगान, अलविदा, विदाई, हंजू, आंसू, सद्दा, निमंत्रण। अपने मनपसंद खिडारी दी फोटो अपनी कापी विच चिपकाओ। यह भी लिखो कि तुसी इस खिडारी नूं क्यों पसंद करते हो। जे तुसी क्रिकेट दे किसी खिडारी नूं पसंद करते हो तो उन्हां बारे लिखियो, क्योंकि ये बहुत मेहनत करते ने, बहुत होनहार ने, बहुत ज्यादा तकड़ी कसरत भी करते ने, वधिया खांदे पींदे भी ने ते बहुत वधिया खेडते ने। सारिया गल्लां तुसी लिख सकते हो। ठीक है बच्चों, एसी अज दी क्लास से मैं उम्मीद करदी हां तुहानूं बहुत कुछ सीखण नूं मिलिया होएगा। हुण आपां अगली क्लास च मिलांगे, तद तक तुसी अपना ध्यान रखियो। सत श्री अकाल।